च तैनू जे चैन नहीं लगदा, दुनिया च तैनू जे चैन नहीं लगदा। यीशु कोल आवी ते चंगा है, दुनिया च तैनू जे चैन नहीं लगदा। पापा दे हनेरियां च किथे लंघा जाना है, उच्चे नीवें थावां विच खेडे पिया खाना है। पापा दे हनेरियां च किथे लंघा जाना है, उच्चे नीवें थावां विच खेडे पिया खाना है। तेरा जेड़ा पार चुके तैनू नहीं लगदा, तेरा जेड़ा पार चुके तैनू नहीं लगदा। यीशु कोल आवे ते चंगा है, दुनिया च तैनू जे चैन नहीं लगदा। प्रेज द लॉर्ड एवरीवन। मैं पास्टर कुलभूषण जौहर एशियन चर्च ऑफ क्राइस्ट वैंकूवर BC ਤੋਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਨਵੀਂ ਜ਼ਿੰਦਗੀ ਦੇ ਵੱਲ ਵਿੱਚ ਬਹੁਤ-ਬਹੁਤ ਸਵਾਗਤ ਕਰਦਾ। ਮੈਂ ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋਵੋਗੇ, ਤੰਦਰੁਸਤ ਹੋਵੋਗੇ, ਪਰਮੇਸ਼ਰ ਦੇ ਕਲਾਮ ਦੇ ਵਿੱਚ ਵੱਧ ਰਹੇ ਹੋਵੋਗੇ। ਆਓ ਹਰ ਵਾਰ ਦੀ ਤਰ੍ਹਾਂ ਅਸੀਂ ਪਰਮੇਸ਼ਰ ਦੇ ਕਲਾਮ ਚੋਂ ਸਿੱਖਣ ਤੋਂ ਪਹਿਲਾਂ, ਵਚਨਾਂ ਨੂੰ ਪੜ੍ਹਨ ਤੋਂ ਪਹਿਲਾਂ ਆਪਣੇ ਸਿਰਾਂ ਨੂੰ ਪਰਮੇਸ਼ਰ ਦੇ ਅੱਗੇ ਝੁਕਾਈਏ, ਆਪਣੀ ਅੱਖਾਂ ਨੂੰ ਬੰਦ ਕਰੀਏ, ਅਸੀਂ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਰਮੇਸ਼ਵਰ ਯਿਸੂ ਮਸੀਹ ਨਾਸਰੀ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸੱਚੇ ਪਰਮੇਸ਼ਰ ਹੋ, ਦਇਆ ਕਰਨ ਵਾਲੇ ਹੋ, ਜੀਵਿਤ ਹੋ। ਮਹਾਨ ਖੁਦਾ, ਧੰਨਵਾਦ ਕਰਦੇ ਹਾਂ ਜੋ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਅਸੀਂ ਤੁਹਾਡੀ ਹਜ਼ੂਰੀ 'ਚ ਬੈਠ ਸਕੀਏ। ਪਿਤਾ ਪਰਮੇਸ਼ਰ, ਹੋਣ ਦਿਓ ਕਿ ਜੋ ਤੁਹਾਡੇ ਕਲਾਮ ਅੱਜ ਖੁੱਲ੍ਹਣ, ਸਾਡੀ ਜ਼ਿੰਦਗੀ ਨੂੰ ਨਵੀਂ ਜ਼ਿੰਦਗੀ ਦੇ ਵੱਲ ਲੈ ਕੇ ਜਾਣ। ਸਮਝ ਦਾ ਆਤਮਾ ਦੇਣਾ ਮਹਾਨ ਪਰਮੇਸ਼ਰ, ਤੁਹਾਡੇ ਪਵਿੱਤਰ ਸਵਰਗਦੂਤ ਸਾਨੂੰ ਖੁਦਾਵੰਦ ਸਮਝ ਬੁੱਧੀ ਦੇਣ ਤਾਂ ਕਿ ਤੁਹਾਡੇ ਇਹ ਵਚਨ ਸਾਡੇ ਦਿਲ ਦੀ ਜ਼ਮੀਨ 'ਤੇ ਗਿਰਨ ਤੇ 100 ਗੁਣਾ ਫਲਾਂ ਨੂੰ ਲੈ ਕੇ ਆਉਣ। ਕੋਈ ਅੰਧਕਾਰ ਦੀ ਸ਼ਕਤੀ ਤੇਰੇ ਵਚਨਾਂ ਨੂੰ ਚੁਰਾ ਨਾ ਸਕੇ। ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ, ਆਮੀਨ ਆਮੀਨ। ਤੁਸੀਂ ਵੀ ਬੋਲ ਸਕਦੇ ਹੋ ਆਮੀਨ। ਆਮੀਨ ਦਾ ਮਤਲਬ ਜੋ ਕੁਝ ਅਸੀਂ ਮੰਗਿਆ ਪ੍ਰਭੂ ਯਿਸੂ ਮਸੀਹ ਉਹਨੂੰ ਐਜ਼ ਇਟ ਇਜ਼ ਰਿਲੀਜ਼ ਕਰਨ। ਵਿੱਚ ਜਦੋਂ ਮੈਂ ਹਾਲੇਲੂਇਆ ਵਰਡ ਦਾ ਇਸਤੇਮਾਲ ਕਰਦਾ, ਸ਼ਾਇਦ ਤੋਂ ਮੇਰਾ ਕੋਈ ਭੈਣ ਭਰਾ ਇਹਦਾ ਮਤਲਬ ਨਾ ਜਾਣਦਾ ਹੋਵੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਹਾਲੇਲੂਇਆ ਦਾ ਮਤਲਬ ਹੈ ਅਸਮਾਨ ਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਮਹਿਮਾ ਹੋਵੇ। ਹਾਲੇਲੂਇਆ। ਤਾਂ ਆਓ ਅਸੀਂ ਸਾਰੇ ਮਿਲ ਕੇ ਅੱਜ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੇਖਾਂਗੇ। ਅੱਜ ਅਸੀਂ ਜਿਸ ਟੌਪਿਕ ਦੇ ਬਾਰੇ ਸਿੱਖਾਂਗੇ ਉਹ ਹੈ ਪੈਂਤੀਕੋਸਟਲ ਡੇ। ਅਸੀਂ ਪੈਂਤੀਕੋਸਟ ਦੇ ਦਿਨ ਦੇ ਬਾਰੇ ਅੱਜ ਸਿੱਖਾਂਗੇ। ਕੀ ਹੈ ਇਹ ਪੈਂਤੀਕੋਸਟਲ ਦਾ ਦਿਨ, ਕਿਉਂ ਅਸੀਂ ਇਹਨੂੰ ਮਨਾਉਂਦੇ ਹਾਂ, ਕਿਉਂ ਅਸੀਂ ਇਸ ਦਿਨ ਨੂੰ ਮਿਲ ਕੇ ਸੈਲੀਬ੍ਰੇਟ ਕਰਦੇ ਹਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪ੍ਰਭੂ ਯਿਸੂ ਮਸੀਹ ਜਦੋਂ ਉਹ ਜੀ ਉੱਠਿਆ, ਉਸ ਤੋਂ 50ਵਾਂ ਦਿਨ, ਕਿਉਂਕਿ ਇਹੀ ਇਹਦਾ ਗ੍ਰੀਕ ਭਾਸ਼ਾ 'ਚ ਵੀ ਮਤਲਬ ਹੈ 50ਵਾਂ ਦਿਨ। ਇਹ ਉਹ ਦਿਨ ਸੀ ਜਦੋਂ ਪ੍ਰਭੂ ਯਿਸੂ ਮਸੀਹ ਦੇ ਜੀ ਉੱਠਣ ਤੋਂ ਬਾਅਦ 50ਵਾਂ ਦਿਨ ਸੀ। ਇਸ ਦਿਨ ਕੀ ਅਜਿਹਾ ਹੋਇਆ ਕਿ ਇਸ ਨੂੰ ਅਸੀਂ ਅਲੱਗ ਤੋਂ ਇਸ ਤਰ੍ਹਾਂ ਮਨਾਉਂਦੇ ਹਾਂ ਕਿ ਜਦੋਂ ਪਵਿੱਤਰ ਆਤਮਾ ਉਤਰ ਆਇਆ। ਮੈਂ ਤੁਹਾਨੂੰ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਅੱਜ ਇਹ ਸਾਰੀਆਂ ਗੱਲਾਂ ਦੱਸਾਂਗਾ ਅਤੇ ਮੈਂ ਤੁਹਾਨੂੰ ਯਕੀਨ ਦਿਲਾਨਾ ਕਿ ਇਸ ਵਚਨ ਨੂੰ ਸੁਣਨ ਤੋਂ ਬਾਅਦ ਬਹੁਤ ਸਾਰੇ ਤੁਹਾਡੇ ਕੁਐਸਚਨਸ ਦੇ ਆਨਸਰ ਹੋਣਗੇ। ਤੁਸੀਂ ਬਹੁਤ ਇੱਕ ਪਰਮੇਸ਼ਰ ਦੇ ਇੱਕ ਅਜਿਹੇ ਭੇਦ ਨੂੰ ਸਿੱਖੋਗੇ ਜਿਹਨੂੰ ਤੁਸੀਂ ਅੱਜ ਤੱਕ ਇਸ ਤੋਂ ਪਹਿਲਾਂ ਕਦੇ ਨਹੀਂ ਸਿੱਖਿਆ ਹੋਵੇਗਾ। ਹਾਲੇਲੂਇਆ। ਆਓ ਅਸੀਂ ਸਾਰੇ ਮਿਲ ਕੇ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੇਖਦੇ ਹਾਂ ਰਸੂਲਾਂ ਦੇ ਕਰਤੱਵ, ਉਹਦਾ 2 ਅਧਿਆਏ, ਉਹਦੀਆਂ ਪਹਿਲੀਆਂ 3 ਆਇਤਾਂ ਨੂੰ ਮੈਂ ਤੁਹਾਡੇ ਲਈ ਪੜ੍ਹਾਂਗਾ। ਲਿਖਿਆ, ਤਾਂ ਪੈਂਤਾਕੋਸਤ ਦਾ ਦਿਨ ਆਇਆ ਤਾਂ ਉਹ ਸਭਾ ਇੱਕ ਥਾਂ ਇਕੱਠੇ ਹੋ ਗਏ ਅਤੇ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ, ਜਿਹੀ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਹੁੰਦੀ ਹੈ, ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਭਰ ਗਿਆ। ਅਤੇ ਉਹਨਾਂ ਨੂੰ ਅੱਗ ਅਜਿਹੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਦਿਖਾਈ ਦਿੱਤੀਆਂ ਅਤੇ ਉਹ ਉਹਨਾਂ ਵਿੱਚੋਂ ਹਰੇਕ ਉੱਤੇ ਠਹਿਰ ਗਈਆਂ। ਤਦ ਉਹ ਸਭੋ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ। ਹਾਲੇਲੂਇਆ। ਸੋ ਅਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਦੇਖਦੇ ਹਾਂ ਕਿ ਉਸ ਦਿਨ ਜਦੋਂ ਚੇਲੇ ਪ੍ਰਾਰਥਨਾ ਕਰ ਰਹੇ ਸੀ ਤਾਂ ਅਸਮਾਨ ਤੋਂ
ਪਵਿੱਤਰ ਆਤਮਾ ਉਹਨਾਂ ਤੇ ਉਤਰਿਆ ਤੇ ਉਹ ਅਲੱਗ-ਅਲੱਗ ਭਾਸ਼ਾਵਾਂ ਬੋਲਣ ਲੱਗੇ। ਸਾਨੂੰ ਇਹ ਲੱਗਦਾ ਕਿ ਸ਼ਾਇਦ ਉਸ ਦਿਨ ਪਵਿੱਤਰ ਆਤਮਾ ਉਹਨਾਂ ਤੇ ਉਤਰਿਆ। ਸਾਨੂੰ ਲੱਗਦਾ ਕਿ ਜਦੋਂ ਉਹਨਾਂ ਨੇ ਉਸ ਦਿਨ ਇਕੱਠੇ ਹੋ ਕੇ ਪ੍ਰਾਰਥਨਾ ਕੀਤੀ, ਉਸ ਦਿਨ ਉਹਨਾਂ ਨੇ ਪਵਿੱਤਰ ਆਤਮਾ ਨੂੰ ਪਾਇਆ, ਜਦ ਕਿ ਇਹ ਪੂਰਾ ਸੱਚ ਨਹੀਂ ਹੈ। ਯੋਹੰਨਾ ਦੀ ਅੰਜੀਲ ਉਹਦਾ 20 ਅਧਿਆਇ ਜੇ ਤੁਸੀਂ ਪੜ੍ਹਦੇ ਹੋ, ਉਹਦੇ ਵਿੱਚ ਲਿਖਿਆ ਜਦੋਂ ਯੀਸ਼ੂ ਮਸੀਹ ਮਰ ਕੇ ਜੀ ਉੱਠਿਆ, ਜਦੋਂ ਆਪਣੇ ਚੇਲਿਆਂ ਨੂੰ ਮਿਲਿਆ, ਉਹਨੇ ਆਪਣੇ ਚੇਲਿਆਂ ਨੂੰ ਮਿਲ ਕੇ ਆਪਣੇ ਜ਼ਖਮ ਦਿਖਾਏ, ਉਹਨਾਂ ਦੇ ਉੱਤੇ ਆਪਣੇ ਆਪ ਨੂੰ ਜ਼ਾਹਿਰ ਕੀਤਾ ਤੇ ਯੀਸ਼ੂ ਮਸੀਹ ਨੇ ਕਿਹਾ ਫੂਕ ਕੇ ਕਿ ਮੈਂ ਤੁਹਾਡੇ ਉੱਤੇ ਪਵਿੱਤਰ ਆਤਮਾ ਫੂਕਦਾ ਹਾਂ, ਤੁਸੀਂ ਪਵਿੱਤਰ ਆਤਮਾ ਲਓ। ਇਹਦਾ ਮਤਲਬ ਪਵਿੱਤਰ ਆਤਮਾ ਯੀਸ਼ੂ ਮਸੀਹ ਉਹਨਾਂ ਨੂੰ ਉਸੇ ਦਿਨ ਦੇ ਚੁੱਕਿਆ ਸੀ। ਪਰ ਕੀ ਹੋਇਆ ਇਸ ਦਿਨ? ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਚੇਲੇ ਇਸ ਗੱਲ ਤੋਂ ਨਿਰਾਸ਼ ਹੋ ਚੁੱਕੇ ਸੀ ਕਿ ਯੀਸ਼ੂ ਮਸੀਹ ਹੁਣ ਪਤਾ ਨਹੀਂ ਸਾਡਾ ਕੀ ਬਣੇਗਾ, ਸਾਡੇ ਨਾਲ ਯੀਸ਼ੂ ਮਸੀਹ ਨਹੀਂ। ਪਰ ਉਹਨਾਂ ਨੂੰ ਇਹ ਗੱਲ ਯਾਦ ਆਈ ਕਿ ਪਰਮੇਸ਼ਵਰ ਨੇ ਇਹ ਗੱਲ ਕਹੀ ਸੀ ਕਿ ਜਦ ਤੱਕ ਪਵਿੱਤਰ ਆਤਮਾ ਨਾ ਪਾ ਲਓ ਤੁਸੀਂ ਯਰੂਸ਼ਲਮ ਨੂੰ ਨਾ ਛੱਡਿਓ। ਪਵਿੱਤਰ ਆਤਮਾ ਨਾ ਪਾ ਲਿਓ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਉਸ ਟਾਈਮ ਤੱਕ ਪਵਿੱਤਰ ਆਤਮਾ ਮਿਲਿਆ ਨਹੀਂ ਸੀ। ਉਸ ਟਾਈਮ ਜਦੋਂ ਪਵਿੱਤਰ ਆਤਮਾ ਮਿਲ ਗਿਆ ਤਾਂ ਯੀਸ਼ੂ ਮਸੀਹ ਉਹਨਾਂ ਨੂੰ ਇਹ ਦੱਸ ਰਿਹਾ ਸੀ ਕਿ ਹੁਣ ਤੁਸੀਂ ਇਹਦੇ ਉੱਤੇ ਕੰਮ ਕਰੋਗੇ, ਤੁਸੀਂ ਪ੍ਰਾਰਥਨਾ ਕਰੋਗੇ, ਤੁਸੀਂ ਪਵਿੱਤਰ ਆਤਮਾ ਦੇ ਨਾਲ ਟਾਈਮ ਸਪੈਂਡ ਕਰੋਗੇ ਤੇ ਇਹ ਐਕਟੀਵੇਟ ਹੋਏਗਾ, ਇਹ ਕੰਮ ਵਿੱਚ ਆਏਗਾ। ਹਾਲੇਲੂਇਆ। ਕਿਉਂਕਿ ਉਸ ਦਿਨ ਯਹੂਦੀ ਆਪਣਾ ਪਰਵ ਮਨਾ ਰਹੇ ਸੀਗੇ। ਜਿਹੜੇ ਪਰਵ ਮਨਾ ਰਹੇ ਸੀ ਪਵਿੱਤਰ ਆਤਮਾ ਉਹਨਾਂ ਤੇ ਨਹੀਂ ਉਤਰਿਆ, ਪਰ ਜਿਹੜੇ ਬੰਦੇ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸੀ ਪਵਿੱਤਰ ਆਤਮਾ ਉਹਨਾਂ ਤੇ ਉਤਰਿਆ। ਇਹ ਗੱਲ ਇਹ ਦਿਖਾਉਂਦੀ ਹੈ ਕਿ ਅਸੀਂ ਟ੍ਰੈਡੀਸ਼ਨ ਫੋਲੋ ਕਰਨ ਵਾਲੇ ਨਹੀਂ ਬਣਨਾ, ਅਸੀਂ ਰਿਚੁਅਲ ਕਰਨ ਵਾਲੇ ਨਹੀਂ ਬਣਨਾ, ਪਰ ਅਸੀਂ ਉਹ ਕਮਾਂਡ ਨੂੰ ਪੂਰਾ ਕਰਨਾ ਜੋ ਯੀਸ਼ੂ ਮਸੀਹ ਨੇ ਦਿੱਤੀ। ਯੀਸ਼ੂ ਮਸੀਹ ਨੇ ਕਿਹਾ ਅੰਤਲੇ ਦਿਨਾਂ 'ਚ ਇਕੱਠੇ ਹੋ ਕੇ ਪ੍ਰਾਰਥਨਾ ਕਰਨੀ ਨਾ ਛੱਡੋ। ਕੀ ਅਸੀਂ ਅੰਤਲੇ ਦਿਨਾਂ 'ਚ ਇਕੱਠੇ ਹੋ ਰਹੇ ਹਾਂ? ਜੇ ਹੋ ਰਹੇ ਹਾਂ ਤਾਂ ਇਕੱਠੇ ਹੋ ਕੇ ਕੀ ਕਰ ਰਹੇ ਹਾਂ? ਕੀ ਅਸੀਂ ਉਹੀ ਕਮਾਂਡ ਨੂੰ ਫੋਲੋ ਕਰ ਰਹੇ ਹਾਂ ਜੋ ਯੀਸ਼ੂ ਮਸੀਹ ਨੇ ਦਿੱਤੀ? ਕੀ ਅਸੀਂ ਉਸੇ ਤਰ੍ਹਾਂ ਕੰਮ ਕਰ ਰਹੇ ਹਾਂ, ਉਸੇ ਤਰ੍ਹਾਂ ਪਵਿੱਤਰ ਆਤਮਾ ਦੇ ਨਾਲ ਪ੍ਰਾਰਥਨਾ ਕਰਕੇ ਭਰ ਰਹੇ ਹਾਂ? ਜੇ ਅੱਜ ਵੀ ਅਸੀਂ ਪਵਿੱਤਰ ਆਤਮਾ ਨਾਲ ਨਹੀਂ ਭਰ ਰਹੇ ਤਾਂ ਇਹ 'ਚ ਯੀਸ਼ੂ ਮਸੀਹ ਦਾ ਕੋਈ ਫਾਲਟ ਨਹੀਂ, ਵਚਨ ਦਾ ਕੋਈ ਫਾਲਟ ਨਹੀਂ, ਕਿਉਂਕਿ ਯੀਸ਼ੂ ਮਸੀਹ ਨੇ ਵਚਨ 'ਚ ਲਿਖਿਆ ਕਿ ਅੰਤਲੇ ਦਿਨਾਂ 'ਚ ਮੈਂ ਆਪਣਾ ਆਤਮਾ ਆਪਣੇ ਲੋਕਾਂ ਤੇ ਉੰਡੇਲਾਂਗਾ। ਇਹੀ ਵਚਨ ਪਤਰਸ ਨੇ ਕਹੇ। ਉਹਨੇ ਕਿਹਾ ਪਰਮੇਸ਼ਵਰ ਵਚਨ ਕਹਿੰਦਾ, ਯੋਏਲ ਨਬੀ ਦੀ ਕਿਤਾਬ ਕਹਿੰਦੀ ਹੈ ਕਿ ਅੰਤਲੇ ਦਿਨਾਂ 'ਚ ਤੂੰ ਆਪਣਾ ਆਤਮਾ ਆਪਣੇ ਲੋਕਾਂ ਤੇ ਉੰਡੇਲੇਂਗਾ। ਉਹਨੇ ਇਹ ਕਹਿ ਕੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਤੇ ਪਵਿੱਤਰ ਆਤਮਾ ਉਤਰਿਆ। ਤੇ ਬਾਈਬਲ ਕਹਿੰਦੀ ਹੈ ਉਸ ਦਿਨ ਜਦੋਂ ਉਹਨੇ ਪ੍ਰਾਰਥਨਾ ਕੀਤੀ ਪਵਿੱਤਰ ਆਤਮਾ ਉਤਰਿਆ ਤਾਂ 3000 ਲੋਕਾਂ ਨੇ ਤੌਬਾ ਕੀਤੀ, ਉਹ ਉਹਨਾਂ ਦੀ ਮੰਡਲੀ ਵਿੱਚ ਮਿਲ ਗਏ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ 3000 ਲੋਕ ਜੋ ਬਚਾਏ ਗਏ, ਇਹ ਐਗਜ਼ੈਕਟ 3000 ਹੀ ਕਿਉਂ ਸੀਗੇ? ਕਿਉਂਕਿ ਬਾਈਬਲ ਦੀ ਕੋਈ ਵੀ ਗੱਲ ਬਿਨਾਂ ਭੇਦ ਤੋਂ ਨਹੀਂ ਲਿਖੀ ਗਈ। ਇਸ ਬਾਈਬਲ ਦੇ ਵਿੱਚ, ਇਹਦੇ ਵਚਨਾਂ ਦੇ ਵਿੱਚ ਹਜ਼ਾਰਾਂ ਬਾਈਬਲਸ ਨੇ। ਜਦੋਂ ਅਸੀਂ ਇਹਦੇ ਉੱਤੇ ਮੈਡੀਟੇਟ ਕਰਦੇ ਹਾਂ, ਪਰਮੇਸ਼ਰ ਪਵਿੱਤਰ ਆਤਮਾ ਦੇ ਜ਼ਰੀਏ ਉਹਨਾਂ ਨੂੰ ਸਾਡੇ ਉੱਤੇ ਖੋਲ੍ਹਦੇ ਨੇ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪੁਰਾਣੇ ਨਿਯਮ ਦੇ ਵਿੱਚ ਜਦੋਂ ਮੂਸਾ ਪਰਮੇਸ਼ਰ ਦੇ ਕੋਲ ਸੀਨੇ ਪਰਬਤ ਤੇ ਗਿਆ, ਜਦੋਂ ਸੀਨੇ ਪਰਬਤ ਤੇ ਗਿਆ ਤੇ ਪਰਮੇਸ਼ਰ ਨੇ ਉਹਨੂੰ ਆਗਿਆਵਾਂ ਦਿੱਤੀਆਂ, ਵਿਵਸਥਾ ਦਿੱਤੀ, ਉਹਨੂੰ ਦੱਸਿਆ ਕਿ ਤੂੰ ਮੇਰੇ ਲੋਕਾਂ ਨੂੰ ਜਾ ਕੇ ਇਹ ਨਿਯਮ ਦੇ। ਜਦੋਂ ਉਹ ਉਹਨਾਂ ਨਿਯਮਾਂ ਨੂੰ ਲੈਣ ਗਿਆ ਤੇ ਉੱਥੇ ਉਹਨੂੰ ਦੇਰ ਹੋ ਗਈ ਤਾਂ ਬਾਈਬਲ ਕਹਿੰਦੀ ਥੱਲੇ ਜਿਹੜੇ ਲੋਕ ਸੀ ਉਹਨਾਂ ਨੇ ਹਾਰੂਨ ਨੂੰ ਬੋਲਣਾ ਸ਼ੁਰੂ ਕੀਤਾ, ਬੁੜਬੜਾਉਣਾ ਸ਼ੁਰੂ ਕੀਤਾ ਕਿ ਮੂਸਾ ਕਿੱਥੇ ਗਿਆ, ਸਾਨੂੰ ਨਹੀਂ ਪਤਾ, ਵਾਪਸ ਆਏਗਾ ਨਹੀਂ ਆਏਗਾ ਸਾਨੂੰ ਨਹੀਂ ਪਤਾ, ਸਾਡੇ ਲਈ ਤੂੰ ਇੱਕ ਦੇਵਤਾ ਬਣਾ, ਅਸੀਂ ਉਹਦੀ ਪੂਜਾ ਕਰੀਏ, ਅਸੀਂ ਉਹਨੂੰ ਦੰਡਵਤ ਕਰੀਏ ਤੇ ਅਸੀਂ ਉਹਦੇ ਅਕੋਰਡਿੰਗ ਕੰਮ ਕਰੀਏ, ਉਹਦੇ ਅਕੋਰਡਿੰਗ ਚੱਲੀਏ। ਹਾਰੂਨ ਨੂੰ ਇੰਨਾ ਤੰਗ ਕਰ ਦਿੱਤਾ ਗਿਆ ਕਿ ਹਾਰੂਨ ਨੇ ਕਿਹਾ ਤੁਸੀਂ ਆਪਣਾ ਸਾਰਾ ਸੋਨਾ ਲੈ ਕੇ ਆਓ, ਮੈਨੂੰ ਅੱਗ ਦੇ ਵਿੱਚ ਪਾ ਕੇ ਉਹਦੇ ਲਈ ਮੈਂ ਕੁਝ ਬਣਾ ਕੇ ਤੁਹਾਨੂੰ ਦਿਆਂਗਾ ਇੱਕ ਮੂਰਤ ਦੇ ਤੌਰ ਤੇ। ਤੇ ਬਾਈਬਲ ਕਹਿੰਦੀ ਜਦੋਂ ਉਹਨੇ ਅੱਗ ਦੇ ਵਿੱਚ ਸੋਨੇ ਨੂੰ ਪਾਇਆ ਤੇ ਇੱਕ ਬਛੜਾ ਬਣ ਕੇ ਆ ਗਿਆ। ਹਾਲੇਲੂਇਆ। ਅਸੀਂ ਇੱਕ ਅਧਿਆਇ ਨੂੰ ਪੜਾਂਗੇ ਜੋ ਸਾਨੂੰ ਮਿਲਦਾ ਕੂਚ ਦੀ ਕਿਤਾਬ, ਉਹਦਾ 32 ਅਧਿਆਇ, ਉਹਦੀ 25 ਆਇਤ ਤੋਂ ਮੈਂ ਤੁਹਾਡੇ ਲਈ ਪੜਾਂਗਾ। ਇੱਥੇ ਲਿਖਿਆ, ਜਦ ਮੂਸਾ ਨੇ ਲੋਕਾਂ ਨੂੰ ਟਿੱਠਾ ਕਿ ਉਹ ਬੇਲਗਾਮ ਹਨ, ਕਿਉਂ ਜੋ ਹਾਰੂਨ ਨੇ ਉਹਨਾਂ ਦੇ ਵੈਰੀਆਂ ਦੇ ਸਾਹਮਣੇ ਉਹਨਾਂ ਦਾ ਮਖੌਲ ਉਡਾਉਣ ਲਈ ਉਹਨਾਂ ਨੂੰ ਬੇਲਗਾਮ ਕੀਤਾ, ਤਦ ਮੂਸਾ ਨੇ ਡੇਰੇ ਦੇ ਫਾਟਕ ਕੋਲ ਖਲੋ ਕੇ ਆਖਿਆ, ਜਿਹੜਾ ਯਹੋਵਾ ਦੇ ਪਾਸੇ ਵੱਲ ਹੈ ਉਹ ਮੇਰੇ ਕੋਲ ਆਵੇ। ਤੇ ਸਾਰੇ ਲੇਵੀਆਂ ਨੇ ਆਪਣੇ ਆਪ ਨੂੰ ਉਸ ਦੇ ਕੋਲ ਇਕੱਠਾ ਕਰ ਲਿਆ। ਉਸ ਨੇ ਉਹਨਾਂ ਨੂੰ ਆਖਿਆ, ਯਹੋਵਾ ਇਜ਼ਰਾਈਲ ਦਾ ਪਰਮੇਸ਼ਰ ਇਉਂ ਫਰਮਾਉਂਦਾ ਹੈ ਕਿ ਸਭ ਮਨੁੱਖ ਆਪਣੀਆਂ ਤੇਗਾਂ ਲੱਕ ਨਾਲ ਬੰਨ੍ਹ ਕੇ ਤੇਰੇ ਡੇਰੇ ਦੇ ਵਿੱਚ ਦੀ ਫਾਟਕ ਤੋਂ ਫਾਟਕ ਤੱਕ ਆਉਂਦੇ ਜਾਣ।
ਆਪਣੇ ਭਰਾ, ਆਪਣੇ ਸਾਥੀ ਅਤੇ ਆਪਣੀ ਗਵਾਂਢੀ ਨੂੰ ਵੱਢ ਸੁੱਟਣ। ਤਾਂ ਲੇਵੀਆਂ ਨੇ ਮੂਸਾ ਦੇ ਬੋਲ ਦੇ ਅਨੁਸਾਰ ਕੀਤਾ ਤੇ ਉਸ ਦਿਨ ਲੋਕਾਂ ਵਿੱਚੋਂ 3000 ਮਨੁੱਖ ਮਰ ਗਏ। ਹਾਲੇਲੂਇਆ। ਬਾਈਬਲ ਇਹ ਗੱਲ ਦੱਸਦੀ ਹੈ ਕਿ ਪੁਰਾਣੇ ਨਿਯਮ ਦੇ ਵਿੱਚ ਵਿਵਸਥਾ ਦਿੱਤੀ ਗਈ ਸੀ, ਉਸ ਵਿਵਸਥਾ ਦੇ ਫੋਲੋ ਨਾ ਕਰਨ ਕਰਕੇ, ਉਹਨੂੰ ਪੂਰੀ ਤਰ੍ਹਾਂ ਨਾ ਮੰਨਣ ਕਰਕੇ ਦੰਡ ਆਉਂਦਾ ਸੀ। ਜਿਵੇਂ ਹੀ ਮੂਸਾ ਦੀ ਉਸ ਗੱਲ ਨੂੰ ਉਹਨਾਂ ਨੇ ਨਾ ਮੰਨਿਆ, ਉਹਦੀ ਵੇਟ ਨਾ ਕੀਤੀ, ਤਾਂ ਮੂਸਾ ਨੇ ਲੇਵੀਆਂ ਨੂੰ ਇੱਕ ਸਾਈਡ ਤੇ ਕੀਤਾ ਤੇ ਉਹਨੇ ਕਿਹਾ ਇਹਨਾਂ ਸਾਰੇ ਲੋਕਾਂ ਨੂੰ ਵੱਢ ਦਿਓ, ਇਹਨਾਂ ਨੂੰ ਮਾਰੋ। ਤੇ ਉਸ ਦਿਨ 3000 ਲੋਕ ਮਰ ਗਏ। ਇਹ ਗੱਲ ਸਾਨੂੰ ਦੱਸਦੀ ਹੈ ਕਿ ਵਿਵਸਥਾ ਮਾਰਦੀ ਹੈ, ਕਿਉਂਕਿ ਵਿਵਸਥਾ ਨੂੰ ਅਸੀਂ ਪੂਰਾ ਨਹੀਂ ਕਰ ਸਕਦੇ। ਜੇ ਵਿਵਸਥਾ ਦੀਆਂ ਜੇ 10 ਆਗਿਆਵਾਂ ਹੀ ਅਸੀਂ ਲੈ ਲਈਏ, 10 ਆਗਿਆਵਾਂ ਨਹੀਂ, ਜਦਕਿ ਆਗਿਆਵਾਂ 600 ਤੋਂ ਵੀ ਵੱਧ ਨੇ। ਜੇ ਅਸੀਂ 10 ਆਗਿਆਵਾਂ ਜੋ ਅਸੀਂ ਪੜ੍ਹਦੇ ਹਾਂ, ਜੇ ਅਸੀਂ ਉਹ ਵੀ ਦੇਖ ਲਈਏ, ਅਸੀਂ ਉਹਨਾਂ ਨੂੰ ਵੀ ਪੂਰਾ ਨਹੀਂ ਕਰ ਸਕਦੇ। ਕਿ ਅਸੀਂ 9 ਨੂੰ ਪੂਰਾ ਕਰਦੇ ਹਾਂ ਤੇ 1 ਨੂੰ ਵੀ ਛੱਡ ਦਿੰਦੇ ਹਾਂ, ਤਾਂ ਫਿਰ ਵੀ ਉਹ ਸਾਰਾ ਦੰਡ ਉਸੇ ਤਰ੍ਹਾਂ ਆਏਗਾ। ਇਸੇ ਲਈ ਯਿਸੂ ਮਸੀਹ ਨੇ ਆਪਣਾ ਬਲੀਦਾਨ ਦਿੱਤਾ। ਯਿਸੂ ਮਸੀਹ ਨੇ ਕਿਹਾ ਕਿ ਜੋ ਕੋਈ ਮੇਰੇ ਉੱਤੇ ਫੇਥ ਕਰੇਗਾ ਉਹ ਨਾਸ਼ ਨਹੀਂ ਹੋਏਗਾ ਪਰ ਅਨੰਤ ਜੀਵਨ ਪਾਏਗਾ। ਹੁਣ ਅਸੀਂ ਵਿਵਸਥਾ ਦੇ ਅਧੀਨ ਨਹੀਂ, ਹੁਣ ਅਸੀਂ ਯਿਸੂ ਮਸੀਹ ਦੇ ਲਹੂ ਬਹਾਣ ਦੇ ਕਰਕੇ ਅਸੀਂ ਗ੍ਰੇਸ ਪੀਰੀਅਡ ਦੇ ਥੱਲੇ ਹਾਂ। ਹਾਲੇਲੂਇਆ। ਸਾਡੇ ਤੇ ਦਇਆ ਹੋਈ, ਅਸੀਂ ਦਇਆ ਦੇ ਥੱਲੇ ਹਾਂ। ਇਸ ਵਕਤ ਅਸੀਂ ਦਇਆ ਨੂੰ ਫੋਲੋ ਕਰਦੇ ਹੋਏ, ਦਇਆ ਤੇ ਕਨਸੈਂਟਰੇਟ ਕਰਦੇ ਹੋਏ, ਪਾਪਾਂ ਤੋਂ ਮਾਫੀ ਮੰਗ ਕੇ ਆਪਣੇ ਗੁਨਾਹਾਂ ਤੋਂ ਛੁੱਟ ਸਕਦੇ ਹਾਂ। ਹਾਲੇਲੂਇਆ। ਉਹ ਦਿਨ ਸੀ ਜਦੋਂ ਉਹਨਾਂ ਨੇ ਪੈਂਟੀਕੋਸਟ ਦੇ ਦਿਨ ਪ੍ਰਾਰਥਨਾ ਕੀਤੀ, ਪਵਿੱਤਰ ਆਤਮਾ ਉਤਰਿਆ, ਉਹ ਭਰ ਗਏ, ਲੋਕਾਂ ਨੇ ਤੌਬਾ ਕੀਤੀ, ਲੋਕਾਂ ਨੇ ਗੁਨਾਹਾਂ ਤੋਂ ਮਾਫੀ ਮੰਗੀ। ਤੇ ਇੱਕ ਉਹ ਦਿਨ ਸੀ ਜਿੱਦਣ ਲੋਕਾਂ ਨੇ ਗੁਨਾਹ ਕੀਤਾ, ਮਾਫੀ ਮੰਗੀ ਜਾਂ ਨਹੀਂ ਮੰਗੀ, ਪਰ ਦੰਡ ਆਇਆ। ਕਿਉਂਕਿ ਬਾਈਬਲ ਕਹਿੰਦੀ ਜੋ ਕੋਈ ਫੈਂਸ ਨੂੰ, ਬਾੜੇ ਨੂੰ ਤੋੜੇਗਾ, ਸੱਪ ਨੂੰ ਡਸੇਗਾ, ਪਰਮੇਸ਼ਵਰ ਦੇ ਬਣਾਏ ਹੋਏ ਰੂਲਸ ਨੂੰ ਜੋ ਤੋੜੇਗਾ, ਉਹ ਦੰਡ ਤੋਂ ਨਹੀਂ ਬਚ ਸਕਦਾ ਸੀ। 3000 ਲੋਕ ਉਸ ਦਿਨ ਮਰ ਗਏ। ਤੇ ਇੱਥੇ ਅਸੀਂ ਰਸੂਲਾਂ ਦੇ ਕਰਤੱਵ 'ਚ ਦੇਖਦੇ ਹਾਂ, ਜਦੋਂ ਪਤਰਸ ਨੇ ਪ੍ਰਚਾਰ ਕੀਤਾ 3000 ਲੋਕ ਬਚੇ। ਇਹ ਇਕੁਐਲਿਟੀ ਕਿਉਂ ਦਿਖਾਈ ਗਈ? ਇਸੇ ਕਰਕੇ ਕਿ ਵਿਵਸਥਾ ਦੇ ਅਧੀਨ ਜੇ ਅਸੀਂ ਹੁੰਦੇ ਤਾਂ ਅਸੀਂ ਮਰਦੇ ਸੀ, ਪਰ ਜਦੋਂ ਅਸੀਂ ਯਿਸੂ ਮਸੀਹ ਦੀ ਦਇਆ ਦੇ ਅਧੀਨ ਆ ਗਏ ਤਾਂ ਮੌਤ ਦਾ ਸਾਡੇ ਉੱਤੇ ਕੋਈ ਇਖਤਿਆਰ ਨਹੀਂ ਰਿਹਾ। ਹੁਣ ਅਸੀਂ ਆਤਮਾ ਦੇ ਵਿੱਚ ਨਹੀਂ ਮਰ ਸਕਦੇ, ਅਸੀਂ ਇਟਰਨਿਟੀ 'ਚ ਦਾਖਲ ਹੋਵਾਂਗੇ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਸੀ ਕਿ ਜਦ ਤੱਕ ਪਵਿੱਤਰ ਆਤਮਾ ਨਾ ਪਾ ਲਓ ਤਦ ਤੱਕ ਤੁਸੀਂ ਇਸੇ ਜਗ੍ਹਾ ਤੇ ਯਰੂਸ਼ਲਮ ਦੇ ਵਿੱਚ ਠਹਿਰੇ ਰਹਿਣਾ, ਰੁਕੇ ਰਹਿਣਾ। ਹਾਲੇਲੂਇਆ। ਉਹਨਾਂ ਦਾ ਮਨ ਕੱਚਾ ਹੋ ਗਿਆ ਸੀ, ਉੱਥੋਂ ਭੱਜਣ ਵਾਲੇ ਸੀ, ਉਹ ਉੱਥੋਂ ਛੱਡ ਕੇ ਜਾਣ ਵਾਲੇ ਸੀ, ਉਦਾਸ ਸੀ ਮਨ ਦੇ ਵਿੱਚ। ਪਰ ਜਿਵੇਂ ਹੀ ਇਹ ਯਾਦ ਆਇਆ ਕਿ ਯਿਸੂ ਮਸੀਹ ਨੇ ਕੀ ਕਿਹਾ ਸੀ, ਉਹਨੇ ਕਿਹਾ ਸੀ ਜਦ ਤੱਕ ਪਵਿੱਤਰ ਆਤਮਾ ਨਾ ਪਾ ਲਓ। ਪਵਿੱਤਰ ਆਤਮਾ ਨਾ ਪਾ ਲਓ ਦਾ ਮਤਲਬ ਜੋ ਪਵਿੱਤਰ ਆਤਮਾ ਯੋਹੰਨਾ ਦੀ ਇੰਜੀਲ ਦੇ ਵਿੱਚ ਪੜ੍ਹਦੇ ਆ, ਯਿਸੂ ਮਸੀਹ ਨੇ ਉਹਨਾਂ ਤੇ ਫੂਕ ਕੇ ਦਿੱਤੀ, ਉਸ ਪਵਿੱਤਰ ਆਤਮਾ ਨੂੰ ਹੁਣ ਐਕਟੀਵੇਟ ਕਰਨ ਦਾ ਟਾਈਮ ਆ ਗਿਆ ਸੀ। ਪਤਰਸ ਇਸ ਗੱਲ ਨੂੰ ਜਾਣ ਗਿਆ ਸੀ। ਹਾਲੇਲੂਇਆ। ਇਸੇ ਲਈ ਉਹਨੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਇਸੇ ਲਈ ਉਹਨੇ ਕਿਹਾ ਕਿ ਪਰਮੇਸ਼ਵਰ, ਯੋਇਲ ਨਬੀ ਦੀ ਕਿਤਾਬ ਇਹ ਗੱਲ ਕਹਿੰਦੀ ਹੈ ਕਿ ਅੰਤਲੇ ਦਿਨਾਂ 'ਚ ਤੂੰ ਆਪਣਾ ਪਵਿੱਤਰ ਆਤਮਾ ਆਪਣੇ ਲੋਕਾਂ ਤੇ ਉੰਡੇਲ ਦੇਂਗਾ। ਅੱਜ ਉਹ ਟਾਈਮ ਹੈ ਕਿ ਤੂੰ ਆਪਣੇ ਵਚਨਾਂ ਨੂੰ ਪੂਰਿਆਂ ਕਰ। ਇਸੇ ਲਈ ਮੈਂ ਤੁਹਾਨੂੰ ਬਾਰ-ਬਾਰ ਦੱਸਦਾ ਕਿ ਤੁਹਾਡੀ ਪ੍ਰਾਰਥਨਾ ਵਚਨ ਦੇ ਵਿੱਚੋਂ ਹੋਣੀ ਚਾਹੀਦੀ ਹੈ। ਜਦੋਂ ਅਸੀਂ ਵਚਨ ਦੇ ਵਿੱਚੋਂ ਪ੍ਰਾਰਥਨਾ ਕਰਦੇ ਹਾਂ, ਪਰਮੇਸ਼ਵਰ ਆਪਣੇ ਵਚਨ ਦਾ ਇਨਕਾਰ ਨਹੀਂ ਕਰ ਸਕਦਾ। ਬਾਈਬਲ ਕਹਿੰਦੀ ਉਸ ਦਿਨ ਪਵਿੱਤਰ ਆਤਮਾ ਉਤਰਿਆ, ਉਹ ਲੋਕ ਭਰੇ ਪਵਿੱਤਰ ਆਤਮਾ ਦੇ ਨਾਲ। ਹਾਲੇਲੂਇਆ। ਅਸੀਂ ਪਵਿੱਤਰ ਆਤਮਾ ਨਾਲ ਭਰ ਸਕਦੇ ਹਾਂ, ਇਹ ਸਾਡੀ ਡਿਊਟੀ ਹੈ। ਪ੍ਰਭੂ ਯਿਸੂ ਮਸੀਹ ਨੇ ਹੁਣ ਦੁਬਾਰਾ ਤੋਂ ਕਰੂਸ ਤੇ ਆ ਕੇ ਸਾਡੇ ਲਈ ਨਹੀਂ ਮਰਨਾ। ਯਾਦ ਰੱਖੋ, ਇੱਕ ਟਾਈਮ ਸੀ ਜਦੋਂ ਉਹ ਸਾਡੇ ਲਈ ਕਰੂਸ ਤੇ ਮਰ ਗਿਆ, ਜਦੋਂ ਉਹ ਸਾਡੇ ਲਈ ਆਇਆ, ਮਰਿਆ, ਸਾਡੇ ਲਈ ਗੱਡਿਆ ਗਿਆ ਤੇ ਜੀ ਉੱਠਿਆ। ਪਰ ਹੁਣ ਉਹ ਸਿੰਘਾਸਨ ਤੇ ਨਿਆਂ ਕਰਨ ਲਈ ਆਉਣ ਵਾਲਾ ਹੈ। ਹਾਲੇਲੂਇਆ। ਬਾਈਬਲ ਸਾਨੂੰ ਸਾਫ਼ ਦੱਸਦੀ ਹੈ ਕਿ ਅਸੀਂ ਪਵਿੱਤਰ ਆਤਮਾ ਨਾਲ ਭਰਨਾ ਸਾਡੇ ਲਈ ਹਰ ਦਿਨ ਪੈਂਤਾਕੋਸਟਲ ਦਾ ਦਿਨ ਹੋਏਗਾ। ਅਸੀਂ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਇਹ ਪੈਂਟੀਕੋਸਟਲ ਦਾ ਦਿਨ ਅਸੀਂ ਹਰ ਰੋਜ਼ ਸੈਲੀਬ੍ਰੇਟ ਕਰ ਸਕਦੇ ਹਾਂ, ਕਿਸ ਤਰ੍ਹਾਂ ਪਰਮੇਸ਼ਵਰ ਦੀਆਂ ਉਹ ਵਾਅਦੇ, ਉਹਦੇ ਉਹ ਕੀਤੇ ਗਏ ਕਰਾਰ ਅੱਜ ਵੀ ਸਾਡੀ ਲਾਈਫ ਦੇ ਵਿੱਚ ਉਸੇ ਤਰ੍ਹਾਂ ਕੰਮ ਕਰਦੇ ਨੇ। बुझने न देना तुम मशलों को कभी, बेदार रहना हरदम
यीशु आने वाला है। बेदार रहना हरदम, यीशु आने वाला है। शम्मे जलाए रखना, यीशु आने वाला है। पूरी हो रही है नबूवतें सभी, पूरी हो रही है नबूवतें सभी। दरवाजा दिल का खोलो, यीशु आने वाला है। दरवाजा दिल का खोलो, यीशु आने वाला है। शम्मे जलाए रखना, यीशु आने वाला है। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ। ਸੋ ਅਸੀਂ ਦੇਖ ਰਹੇ ਹਾਂ ਪੈਂਤੀਕੋਸਟਲ ਡੇ ਦੇ ਬਾਰੇ, ਉਸ ਦਿਨ ਦੇ ਬਾਰੇ ਜਦੋਂ ਪਵਿੱਤਰ ਆਤਮਾ ਚੇਲਿਆਂ ਦੇ ਉੱਤੇ ਐਕਟੀਵੇਟ ਹੋ ਗਿਆ। ਐਕਟੀਵੇਟ ਹੋਣ ਦਾ ਕੀ ਮਤਲਬ? ਪਵਿੱਤਰ ਆਤਮਾ ਸਾਨੂੰ ਸਭ ਨੂੰ ਦਿੱਤਾ ਗਿਆ। ਜਦੋਂ ਯਿਸੂ ਮਸੀਹ ਬੱਦਲਾਂ ਤੇ ਚੱਕਿਆ ਗਿਆ, ਉਹਨੇ ਕਿਹਾ ਮੈਂ ਤਾਂ ਜਾ ਰਿਹਾ ਤੁਹਾਡੇ ਲਈ ਜਗ੍ਹਾ ਤਿਆਰ ਕਰਨ, ਪਰ ਮੈਂ ਤੁਹਾਨੂੰ ਇੱਕ ਸਹਾਇਕ ਦੇਵਾਂਗਾ। ਉਹ ਸਹਾਇਕ ਪਵਿੱਤਰ ਆਤਮਾ, ਉਹ ਹੁਣ ਤੁਹਾਡੇ ਨਾਲ ਨਹੀਂ ਰਹੇਗਾ, ਹੁਣ ਤੁਹਾਡੇ ਵਿੱਚ ਰਹੇਗਾ। ਇਹਦਾ ਮਤਲਬ ਤੁਹਾਨੂੰ ਛੱਡ ਕੇ ਕਦੇ ਨਹੀਂ ਜਾਏਗਾ। ਹੁਣ ਉਹ ਪਵਿੱਤਰ ਆਤਮਾ ਸਾਡੇ ਅੰਦਰ ਆ। ਉਹਨੂੰ ਐਕਟੀਵੇਟ ਕਰਨ ਦਾ ਕੀ ਮਤਲਬ? ਉਹ ਕਿੱਦਾਂ ਐਕਟੀਵੇਟ ਹੋਏਗਾ? ਬੁਰਾਈ ਤੋਂ ਦੂਰ ਰਹਿ ਕੇ, ਪ੍ਰਾਰਥਨਾ ਦੇ ਜੀਵਨ ਦੇ ਨਾਲ ਜੁੜੇ ਰਹਿ ਕੇ, ਇੱਕ ਦੂਜੇ ਨੂੰ ਆਪਣੇ ਤੋਂ ਵੱਧ ਜਾਣ ਕੇ, ਇੱਕ ਦੂਜੇ ਦੇ ਦੁੱਖ ਤੇ ਸੁੱਖ ਦੇ ਵਿੱਚ ਆਪਣੇ ਤੋਂ ਵੱਧ ਕੇ ਉਹਦੇ ਨਾਲ ਖੜੇ ਰਹਿ ਕੇ, ਪਰਮੇਸ਼ਵਰ ਦੇ ਨਾਲ ਪਵਿੱਤਰਤਾਈ 'ਚ ਚੱਲ ਕੇ, ਉਹਦੀਆਂ ਆਗਿਆਵਾਂ ਨੂੰ ਅਸੀਂ ਜਿੰਨਾ ਹੋ ਸਕੇ ਮੰਨ ਸਕੀਏ ਤੇ ਪ੍ਰਭੂ ਯਿਸੂ ਮਸੀਹ ਦੇ ਨਾਲ ਜੁੜੇ ਰਹੀਏ। ਹਾਲੇਲੂਇਆ। ਬਾਈਬਲ ਦੱਸਦੀ ਹੈ ਕਿ ਪਵਿੱਤਰ ਆਤਮਾ ਜਦੋਂ ਉਸ ਦਿਨ ਐਕਟੀਵੇਟ ਹੋਇਆ, ਜਦੋਂ ਉਹਨਾਂ ਦੀ ਲਾਈਫ 'ਚ ਕੰਮ ਕਰਨਾ ਸ਼ੁਰੂ ਕੀਤਾ, ਉਸ ਦਿਨ ਵੀ ਇਹ ਨਾ ਹੁੰਦਾ ਜੇ ਉਸ ਦਿਨ ਵੀ ਚੇਲੇ ਵੇਟ ਕਰਦੇ ਰਹਿੰਦੇ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਇਸ ਜ਼ਮੀਨ ਦੇ ਉੱਤੇ ਕੁਝ ਵੀ ਆਪਣੇ ਆਪ ਨਹੀਂ ਹੁੰਦਾ। ਜੇ ਤੁਸੀਂ ਆਪਣੇ ਹੱਥ ਤੇ ਹੱਥ ਧਰ ਕੇ ਬੈਠ ਜਾਓਗੇ ਕਿ ਜੋ ਕਰੇਗਾ ਉਹ ਠੀਕ ਹੀ ਕਰੇਗਾ, ਤੁਹਾਡੀ ਲਾਈਫ ਦੇ ਵਿੱਚ ਕੁਝ ਵੀ ਚੇਂਜ ਨਹੀਂ ਹੋਏਗਾ। ਕਿਉਂਕਿ ਪਰਮੇਸ਼ਰ ਨੇ ਕਿਹਾ ਮੈਂ ਸਭ ਚੀਜ਼ਾਂ ਨੂੰ ਪੂਰੀਆਂ ਕਰਕੇ ਕਲੀਸਿਆ ਦੇ ਹੱਥ ਦੇ ਵਿੱਚ ਦੇ ਦਿੱਤਾ। ਹੁਣ ਤੁਹਾਡੇ ਲਈ ਤੁਹਾਡਾ ਮੂੰਹ ਜੋ ਕੁਝ ਬੋਲੇਗਾ, ਤੁਹਾਡਾ ਸਰੀਰ ਜੋ ਕਰੇਗਾ, ਉਹਨੂੰ ਤੁਸੀਂ ਪੂਰਿਆਂ ਹੁੰਦਿਆਂ ਦੇਖੋਗੇ। ਹਾਲੇਲੂਇਆ। ਬਾਈਬਲ ਇਹ ਗੱਲ ਦੱਸਦੀ ਹੈ ਕਿ ਉਸ ਟਾਈਮ ਉੱਥੇ 500 ਦੇ ਕਰੀਬ ਲੋਕ ਬੈਠੇ ਹੋਏ ਸੀ। ਜਦੋਂ 500 ਦੇ ਕਰੀਬ ਲੋਕ ਬੈਠੇ ਸੀ, ਵੇਟ ਕਰ ਰਹੇ ਸੀ ਕਿ ਸ਼ਾਇਦ ਹੁਣ ਕੁਝ ਵੱਡਾ ਅਚੰਭਾ ਕੰਮ ਹੋਏਗਾ, ਹੁਣ ਕੁਝ ਅਚਰਜ ਕੰਮ ਹੋਏਗਾ, ਹੁਣ ਕੁਝ ਮਿਰਕਲ ਹੋਏਗਾ। ਵੇਟ ਕਰਦੇ ਰਹੇ ਪਰ ਕੁਝ ਨਹੀਂ ਕੀਤਾ ਤੇ ਉਹ ਘਟਦੇ 500 ਤੋਂ ਸ਼ਾਇਦ 450, 400, 300 ਹੋ ਗਏ। ਉਹ ਘਟਦੇ ਰਹੇ ਲੋਕ, ਡੇ ਬਾਈ ਡੇ ਉਹ ਘਟਦੇ ਰਹੇ, ਘਟਦੇ 380 ਲੋਕ ਉਹਨਾਂ ਵਿੱਚੋਂ ਚਲੇ ਗਏ। ਤੇ ਜਦੋਂ 120 ਜਣੇ ਰਹਿ ਗਏ, ਪਤਰਸ ਨੇ ਖੜੇ ਹੋ ਕੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਪਰਮੇਸ਼ਵਰ ਤੇਰਾ ਕਲਾਮ ਇਹ ਕਹਿੰਦਾ, ਯੋਇਲ ਨਬੀ ਦੀ ਕਿਤਾਬ ਇਹ ਕਹਿੰਦੀ ਹੈ ਕਿ ਅੰਤਲੇ ਦਿਨਾਂ 'ਚ ਤੂੰ ਆਪਣਾ ਪਵਿੱਤਰ ਆਤਮਾ ਉੰਡੇਲ ਦੇਂਗਾ। ਮੀਨਸ ਸਾਨੂੰ ਉਸ ਪਵਿੱਤਰ ਆਤਮਾ ਨਾਲ ਭਰ ਦੇ। ਉਹਨਾਂ ਨੇ ਆਰਾਧਨਾ ਸ਼ੁਰੂ ਕੀਤੀ ਹੋਏਗੀ, ਉਹਨਾਂ ਨੇ ਪ੍ਰਾਰਥਨਾ ਸ਼ੁਰੂ ਕੀਤੀ ਹੋਏਗੀ ਤੇ ਬਾਈਬਲ ਕਹਿੰਦੀ ਜਿਵੇਂ ਹੀ ਉਹਨਾਂ ਨੇ ਪ੍ਰਾਰਥਨਾ ਕੀਤੀ, ਅਸਮਾਨ ਖੁੱਲ ਗਿਆ ਤੇ ਅੱਗ ਦੀਆਂ ਜੀਭਾਂ ਉਹਨਾਂ ਤੇ ਆ ਕੇ ਠਹਿਰ ਗਈਆਂ। ਉਹ ਪਵਿੱਤਰ ਆਤਮਾ ਨਾਲ ਭਰ ਗਏ ਪੂਰੀ ਤਰ੍ਹਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅੱਜ ਅਸੀਂ ਜੇ ਵੇਟ ਕਰ ਰਹੇ ਹਾਂ ਪਰਮੇਸ਼ਵਰ ਸਾਡੇ ਲਈ ਤੂੰ ਕੁਛ ਕਰ, ਪਰਮੇਸ਼ਵਰ ਸਾਡੀ ਵੇਟ ਕਰਦਾ ਕਿ ਕਦੋਂ ਤੂੰ ਆਪਣੇ ਲਈ ਕੁਛ ਕਰੇਂਗਾ। ਜੇ ਅਸੀਂ ਪ੍ਰਾਰਥਨਾ ਕਰਾਂਗੇ, ਜੇ ਅਸੀਂ ਪਰਮੇਸ਼ਵਰ ਦੇ ਨਾਲ ਜੁੜਾਂਗੇ, ਪਰਮੇਸ਼ਵਰ ਰਸਤਿਆਂ ਨੂੰ ਖੋਲ ਦੇਗਾ, ਉਹ ਚੇਂਜ ਕਰ ਦੇਗਾ ਸਾਰਾ ਕੁਝ। ਪਰ ਜੇ ਅਸੀਂ ਵੇਟ ਕਰਾਂਗੇ ਕਿ ਪਰਮੇਸ਼ਵਰ, ਅਸੀਂ ਅਸਮਾਨ ਵੱਲ ਦੇਖਾਂਗੇ, ਅਸਮਾਨ ਜ਼ਮੀਨ ਵੱਲ ਦੇਖੇਗਾ। ਕਿਉਂਕਿ ਯਿਸੂ ਮਸੀਹ ਨੇ ਕਿਹਾ ਜੋ ਕੁਛ ਤੂੰ ਜ਼ਮੀਨ ਤੇ ਬੰਨੇਗਾ ਮੈਂ ਅਸਮਾਨ ਤੇ ਬੰਨ੍ਹ ਦਿਆਂਗਾ, ਜੋ ਕੁਝ ਤੂੰ ਜ਼ਮੀਨ ਤੇ ਖੋਲੇਂਗਾ ਮੈਂ ਅਸਮਾਨ ਤੇ ਖੋਲ ਦੇਂਗਾ। ਇਹਦਾ ਮਤਲਬ ਜੋ ਕੁਝ ਅਸੀਂ ਪ੍ਰਾਰਥਨਾ ਕਰਕੇ ਇਸ ਜ਼ਮੀਨ ਤੋਂ ਬੰਨਾਂਗੇ ਉਹ ਅਸਮਾਨ ਤੇ ਬੰਨਿਆ ਜਾਏਗਾ। ਜੋ ਕੁਝ ਅਸੀਂ ਖੁੱਲ੍ਹਾ ਛੱਡ ਦਿਆਂਗੇ ਉਹ ਅਸਮਾਨ ਤੇ ਖੁੱਲ੍ਹਾ ਫਿਰੇਗਾ। ਫਿਰ ਤੁਹਾਡੀਆਂ ਚਿੰਤਾਵਾਂ ਛੱਡ ਕੇ ਨਹੀਂ ਜਾਣਗੀਆਂ, ਬਿਮਾਰੀਆਂ ਨਹੀਂ ਜਾਣਗੀਆਂ, ਕਿਉਂਕਿ
ਪਰਮੇਸ਼ਵਰ ਵਿਚਾਰਿਆਂ ਦੇ ਕਰਕੇ, ਜੇ ਤੁਸੀਂ ਆਪਣੇ ਨੂੰ ਕਹਿੰਦੇ ਹੋ ਅਸੀਂ ਬਹੁਤ ਵਿਚਾਰੇ ਹਾਂ, ਉਹ ਦਇਆ ਸ਼ਾਇਦ ਨਾ ਕਰੇ, ਪਰ ਜੇ ਤੁਸੀਂ ਵਚਨ ਨੂੰ ਲੈ ਕੇ ਜਾਓ, ਉਹਨੂੰ ਕਹੋ ਕਿ ਤੇਰਾ ਵਚਨ ਕਹਿੰਦਾ ਪਰਮੇਸ਼ਵਰ ਕਿ ਤੇਰੇ ਕੋੜੇ ਖਾਣ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ, ਤੇਰੇ ਲਹੂ ਬਹਾਣ ਨਾਲ ਅਸੀਂ ਛੁੱਟ ਚੁੱਕੇ ਹਾਂ। ਵਚਨ ਕਹਿੰਦਾ ਕਿ ਜੇ ਤੂੰ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਉद्धारकर्ता ਗ੍ਰਹਿਣ ਕਰੇਗਾ, ਤੂੰ ਆਪਣੇ ਮੂੰਹ ਤੋਂ ਬੋਲੇਗਾ, ਕਲੇਮ ਕਰੇਗਾ, ਤੇਰੀ ਲਾਈਫ ਸੇਮ ਨਹੀਂ ਰਹੇਗੀ। ਜਦੋਂ ਤੁਸੀਂ ਇਹਨਾਂ ਵਚਨਾਂ ਨਾਲ ਪ੍ਰਾਰਥਨਾ ਕਰੋਗੇ, ਪਰਮੇਸ਼ਵਰ ਤੁਹਾਡੀ ਲਾਈਫ ਨੂੰ ਸੇਮ ਨਹੀਂ ਰਹਿਣ ਦੇਵੇਗਾ। ਹਾਲੇਲੂਇਆ। ਯਾਦ ਰੱਖੋ, ਅਸੀਂ ਮੌਸਮੀ ਮਸੀਹ ਨਹੀਂ ਬਣਨਾ, ਅਸੀਂ ਟ੍ਰੈਡੀਸ਼ਨ ਨੂੰ ਫੋਲੋ ਕਰਨ ਵਾਲੇ ਨਹੀਂ ਬਣਨਾ, ਰਿਚੁਅਲ ਕਰਨ ਲਈ ਨਹੀਂ ਬਣਨਾ ਕਿ ਸੰਡੇ ਨੂੰ ਸਿਰਫ ਇੱਕ ਦਿਨ ਚਰਚ ਜਾਣਾ ਜਾਂ ਸਾਲ 'ਚ ਇੱਕ ਦਿਨ ਹੀ ਬਾਈਬਲ ਪੜ੍ਹਨੀ ਜਾਂ ਕ੍ਰਿਸਮਸ ਜਾਂ ਈਸਟਰ ਜਾਂ ਪੈਂਟਾਕੋਸਟਲ ਡੇ ਤੇ ਹੀ ਅਸੀਂ ਚਰਚ ਨੂੰ ਜਾ ਕੇ ਅਟੈਂਡ ਕਰਨਾ। ਨੋ, ਅਸੀਂ ਹਰ ਰੋਜ਼ ਪਰਮੇਸ਼ਰ ਦੇ ਕਲਾਮ ਨੂੰ ਪੜ੍ਹੀਏ, ਹਰ ਰੋਜ਼ ਅਸੀਂ ਆਪਣਾ ਟਾਈਮ ਦਈਏ, ਹਰ ਰੋਜ਼ ਅਸੀਂ ਪਰਮੇਸ਼ਰ ਤੋਂ ਮੰਗੀਏ ਉਸ ਪਵਿੱਤਰ ਆਤਮਾ ਨਾਲ ਭਰਨ ਦੇ ਲਈ, ਉਸ ਪਵਿੱਤਰ ਆਤਮਾ ਨੂੰ ਐਕਟੀਵੇਟ ਕਰੀਏ। ਕਿੱਦਾਂ ਕਰੀਏ? ਪੌਲੂਸ ਦੱਸਦਾ ਕਿ ਗੀਤ ਗਾਉਂਦੇ ਹੋਏ, ਤਾੜੀਆਂ ਵਜਾਉਂਦੇ ਹੋਏ, ਪ੍ਰਾਰਥਨਾ ਕਰਦੇ ਹੋਏ, ਸੰਗਤੀ ਕਰਦੇ ਹੋਏ ਭਰ ਜਾਈਏ ਪਵਿੱਤਰ ਆਤਮਾ ਦੇ ਨਾਲ। ਹਾਲੇਲੂਇਆ। ਬਾਈਬਲ ਨੇ ਸਾਨੂੰ ਤਰੀਕੇ ਦੱਸੇ ਨੇ ਕਿਸ ਤਰ੍ਹਾਂ ਅਸੀਂ ਆਪਣੀ ਆਤਮਿਕ ਲੜਾਈ ਲੜਨੀ ਹੈ ਤੇ ਜਿੱਤਣੀ ਹੈ। ਯਾਦ ਰੱਖੋ, ਅਸੀਂ ਲੜਾਈ ਇਸ ਕਰਕੇ ਨਹੀਂ ਲੜਦੇ ਕਿ ਅਸੀਂ ਜਿੱਤਣਾ ਹੈ, ਅਸੀਂ ਆਲਰੇਡੀ ਜਿੱਤੇ ਹੋਏ ਹਾਂ, ਅਸੀਂ ਵਿਕਟੋਰੀਅਸ ਲੋਕ ਹਾਂ। ਬਾਈਬਲ ਕਹਿੰਦੀ ਯਿਸੂ ਮਸੀਹ ਨੇ ਕਰੂਜ਼ ਦੇ ਉੱਤੇ ਉਸ ਪੁਰਾਣੇ ਵੈਰੀ ਨੂੰ, ਉਸ ਮੌਤ ਨੂੰ ਹਰਾ ਦਿੱਤਾ ਜਿਹਨੂੰ ਕੋਈ ਨਹੀਂ ਹਰਾ ਸਕਿਆ। ਅੱਜ ਅਸੀਂ ਵਿਕਟੋਰੀਅਸ ਲੋਕ ਹਾਂ, ਅਸੀਂ ਜਿੱਤ ਦੇ ਵਿੱਚ ਲੜ ਰਹੇ ਹਾਂ, ਅਸੀਂ ਜਿੱਤ ਲਈ ਨਹੀਂ ਲੜ ਰਹੇ। ਹਾਲੇਲੂਇਆ। ਜੋ ਕੁਝ ਤੁਸੀਂ ਬੋਲੋਗੇ ਤੁਸੀਂ ਉਹਦਾ ਫਲ ਦੇਖੋਗੇ, ਤੁਸੀਂ ਉਹਦਾ ਰਿਜ਼ਲਟ ਦੇਖੋਗੇ। ਯਾਦ ਰੱਖੋ, ਉਹ ਪੈਂਟੀਕੋਸਟਲ ਡੇ ਵੀ, ਉਹ ਤਿਉਹਾਰ, ਉਹਨਾਂ ਦਾ ਪਰਵ ਮਨਾਉਂਦੇ ਹੋਏ ਉਸੇ ਤਰ੍ਹਾਂ ਨਿਕਲ ਜਾਂਦਾ ਜੇ ਪਤਰਸ ਉਸ ਦਿਨ ਪ੍ਰਾਰਥਨਾ ਨਾ ਕਰਦਾ। ਪਵਿੱਤਰ ਆਤਮਾ ਉਹਨਾਂ ਤੇ ਨਹੀਂ ਉਤਰਿਆ ਜੋ ਤਿਉਹਾਰ ਮਨਾ ਰਹੇ ਸੀ, ਪਵਿੱਤਰ ਆਤਮਾ ਉਹਨਾਂ ਤੇ ਉਤਰਿਆ ਜੋ ਪ੍ਰਾਰਥਨਾ ਕਰ ਰਹੇ ਸੀ। ਕੀ ਅੱਜ ਤੁਸੀਂ ਪ੍ਰਾਰਥਨਾ ਕਰ ਰਹੇ ਹੋ? ਕੀ ਪ੍ਰਭੂ ਯਿਸੂ ਮਸੀਹ ਨੂੰ ਵਚਨ ਦੇ ਨਾਲ ਤੁਸੀਂ ਬੋਲਦੇ ਹੋ ਕਿ ਤੇਰਾ ਵਚਨ ਇਹ ਕਹਿੰਦਾ ਪਰਮੇਸ਼ਵਰ, ਤੇਰਾ ਵਚਨ ਕਹਿੰਦਾ ਤੂੰ ਬਚ, ਤੇਰਾ ਘਰਾਣਾ ਬਚਾਇਆ ਜਾਏਗਾ। ਤੇਰਾ ਵਚਨ ਕਹਿੰਦਾ ਤੇਰੇ ਮਾਰ ਖਾਣ ਨਾਲ, ਤੇਰੇ ਕੋੜੇ ਖਾਣ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ। ਤੇਰਾ ਵਚਨ ਕਹਿੰਦਾ ਤੇਰੇ ਲਹੂ ਬਹਾਣ ਨਾਲ ਮੇਰੇ ਪਾਪ ਸਭ ਧੁਲ ਚੁੱਕੇ ਆ, ਅਸੀਂ ਬਰਫ਼ ਦੇ ਵਾਂਗੂ ਸ਼ਵੇਤ ਹੋ ਚੁੱਕੇ ਹਾਂ, ਅਸੀਂ ਨਰੋਏ ਹੋ ਚੁੱਕੇ ਹਾਂ। ਜੇ ਤੁਸੀਂ ਇਸ ਚੀਜ਼ ਨੂੰ ਅੰਗੀਕਾਰ ਕਰਦੇ ਹੋ, ਪਵਿੱਤਰ ਆਤਮਾ ਉਤਰੇਗਾ ਤਾਂ ਤੁਹਾਡੀ ਲਾਈਫ ਸੇਮ ਨਹੀਂ ਰਹੇਗੀ। ਹਾਲੇਲੂਇਆ। ਪਰ ਅੱਜ ਪ੍ਰੋਬਲਮ ਇਹ ਹੈ, ਅਸੀਂ ਵੇਟ ਕਰਦੇ ਹਾਂ ਕਿ ਪਰਮੇਸ਼ਵਰ ਤੂੰ ਅਸਮਾਨ ਤੋਂ ਕੁਛ ਕਰ, ਕੋਈ ਚਮਤਕਾਰ ਮੇਰੀ ਲਾਈਫ 'ਚ ਹੋ ਜਾਏ। ਤੇ ਪਰਮੇਸ਼ਵਰ ਇਹ ਵੇਟ ਕਰਦਾ ਕਦੋਂ ਤੈਨੂੰ ਸਮਝ ਲੱਗੇਗੀ ਕਿ ਸਾਰਾ ਕੁਝ ਮੈਂ ਪੂਰਾ ਕਰਕੇ ਤੇਰੇ ਹੱਥ ਵਿੱਚ ਦਿੱਤਾ। ਜੋ ਤੂੰ ਬੋਲੇਗਾ ਤੂੰ ਉਹਦਾ ਫਲ ਦੇਖੇਗਾ, ਜੋ ਤੂੰ ਕਰੇਗਾ ਮੈਂ ਤੇਰੇ ਨਾਲ। ਹਾਲੇਲੂਇਆ। ਯਾਦ ਰੱਖੋ, ਕ੍ਰਿਸਚੀਅਨਿਟੀ ਕੋਈ ਧਰਮ ਨਹੀਂ ਹੈ, ਇੱਕ ਧਾਰਮਿਕਤਾ ਹੈ। ਇਹ ਪਰਮੇਸ਼ਵਰ ਦੇ ਨਾਲ ਚੱਲਣ ਦਾ ਇੱਕ ਲਾਈਫ ਸਟਾਈਲ ਹੈ। ਕਿਸ ਤਰ੍ਹਾਂ ਪਰਮੇਸ਼ਵਰ ਨਾਲ ਅਸੀਂ ਆਪਣੇ ਰਿਲੇਸ਼ਨ ਨੂੰ ਬਣਾਈਏ। ਬਾਈਬਲ ਕਹਿੰਦੀ ਆਦਮ ਤੇ ਹਵਾ ਨੇ ਅਨਆਗਿਆਕਾਰੀਤਾ ਕਰਕੇ ਜਿਸ ਰਿਲੇਸ਼ਨ ਨੂੰ ਤੋੜ ਦਿੱਤਾ, ਯਿਸੂ ਮਸੀਹ ਨੇ ਆਪਣਾ ਲਹੂ ਬਹਾ ਕੇ ਉਸ ਰਿਲੇਸ਼ਨ ਨੂੰ ਫਿਰ ਤੋਂ ਜੋੜ ਦਿੱਤਾ। ਹਾਲੇਲੂਇਆ। ਅੱਜ ਜੇ ਅਸੀਂ ਪਾਪਾਂ ਤੋਂ ਤੌਬਾ ਕਰਦੇ ਹਾਂ, ਯਿਸੂ ਮਸੀਹ ਨੂੰ ਆਪਣਾ ਉद्धारकर्ता ਗ੍ਰਹਿਣ ਕਰਦੇ ਹਾਂ, ਜੇ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਮੰਨ ਕੇ ਅਸੀਂ ਉਹਦੇ ਨਾਲ ਚੱਲਣ ਦੇ ਲਈ ਵਾਅਦਾ ਕਰਦੇ ਹਾਂ, ਸਾਡੀ ਲਾਈਫ 'ਚ ਹਰ ਦਿਨ ਪੈਂਟੀਕੋਸਟਲ ਦਿਨ ਹੋਏਗਾ। ਹਰ ਰੋਜ਼ ਪਵਿੱਤਰ ਆਤਮਾ ਉਤਰੇਗਾ ਵੀ, ਤੁਸੀਂ ਉਹਨੂੰ ਸੁਣੋਗੇ ਵੀ ਤੇ ਤੁਸੀਂ ਜੋ ਦਿਖਾਏਗਾ ਉਹਨੂੰ ਦੇਖੋਗੇ ਵੀ, ਤੇ ਚੀਜ਼ਾਂ ਚੇਂਜ ਹੋ ਜਾਣਗੀਆਂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਮੇਰਾ ਵਿਸ਼ਵਾਸ ਹੈ ਇਹ ਵਚਨ ਤੁਹਾਡੀ ਲਾਈਫ ਦੇ ਵਿੱਚ ਕੰਮ ਕਰਨਗੇ। ਯਾਦ ਰੱਖੋ, ਇਹ ਵਚਨ ਅਸੀਂ ਸੁਣ ਕੇ ਭੁੱਲ ਨਾ ਜਾਈਏ। ਇਸ ਤਰ੍ਹਾਂ ਨਹੀਂ ਕਿ ਸਾਨੂੰ ਸੁਣ ਲਏ ਤੇ ਠੀਕ ਹੈ, ਬਸ ਸੁਣ ਕੇ ਅਸੀਂ ਛੱਡ ਦਈਏ। ਬਾਈਬਲ ਕਹਿੰਦੀ ਵਚਨ ਨੂੰ ਸੁਣਨ ਵਾਲੇ ਨਹੀਂ, ਉਹਦੇ ਉੱਤੇ ਚੱਲਣ ਵਾਲੇ ਬਣੋ। ਜੇ ਅਸੀਂ ਉਹਨੂੰ ਸੁਣ ਕੇ ਉਹਦੇ ਅਕੋਰਡਿੰਗ ਚੱਲਾਂਗੇ ਤਾਂ ਬਾਈਬਲ ਦੇ ਵਚਨ ਸਾਡੀ ਜ਼ਿੰਦਗੀ 'ਚ ਪੂਰੇ ਹੋਣਗੇ। 380 ਲੋਕ ਜਿਹੜੇ ਆਏ ਸੀਗੇ ਇਕੱਠੇ ਹੋ ਕੇ ਬੈਠ ਕੇ ਇਸ ਚੀਜ਼ ਦੀ ਵੇਟ ਕਰਦੇ ਸੀ ਕਿ ਕੁਝ ਹੋਏਗਾ, ਕੁਝ ਨਹੀਂ ਹੋਇਆ, ਉਹਨਾਂ ਦੀ ਲਾਈਫ 'ਚੋਂ ਛੱਡ ਕੇ ਚਲੇ ਗਏ। ਪਰ 120 ਜਿਹੜੇ ਬੈਠੇ ਰਹੇ, ਪਵਿੱਤਰ ਆਤਮਾ ਉਤਰਿਆ, ਉਹਨਾਂ ਦੀ ਲਾਈਫ ਚੇਂਜ ਹੋਈ। ਬਹੁਤ ਸਾਰੇ ਉਹ ਲੋਕ ਵੀ ਉੱਥੇ ਸੀ, ਮੈਂ ਇਹ ਬਿਲੀਵ ਕਰਦਾ, ਜਿਨ੍ਹਾਂ ਨੇ ਯਿਸੂ ਮਸੀਹ ਨੂੰ ਦੇਖਿਆ ਕਿ ਕਿਸ ਤਰ੍ਹਾਂ ਇਹ ਪ੍ਰਚਾਰ ਕਰਦਾ ਸੀ। ਇਹਨੇ ਕਿਹਾ ਸੀ ਮੈਂ ਤੁਹਾਡੇ ਲਈ ਮਰੂੰਗਾ, ਤੁਹਾਡੇ ਲਈ ਗੱਡਿਆ ਜਾਊਂਗਾ, ਜੀ ਉੱਠੂੰਗਾ। ਜਦੋਂ ਉਹਨਾਂ ਚੀਜ਼ਾਂ ਨੂੰ ਉਹਨਾਂ ਨੇ ਅੱਖਾਂ ਨਾਲ ਪੂਰਿਆ ਹੁੰਦਿਆਂ ਦੇਖਿਆ, ਉਹਨਾਂ ਨੇ ਬਿਲੀਵ ਕੀਤਾ। 12 ਚੇਲਿਆਂ ਤੋਂ ਇਲਾਵਾ 108 ਲੋਕ ਜਿਹੜੇ ਸੀ, ਉਹ ਉਹੀ ਲੋਕ ਸੀ ਜਿਨ੍ਹਾਂ ਨੇ ਯਿਸੂ ਮਸੀਹ ਦੇ ਕੰਮਾਂ ਨੂੰ ਦੇਖਿਆ, ਯਿਸੂ ਮਸੀਹ ਨੂੰ ਦੇਖਿਆ, ਸੱਚਾਈ ਨੂੰ ਦੇਖਿਆ। ਇਸੇ ਕਰਕੇ ਬਾਈਬਲ ਕਹਿੰਦੀ ਤੁਸੀਂ ਸੱਚਾਈ ਨੂੰ ਜਾਣੋ, ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਕਿ ਅੱਜ ਵੀ ਤੁਸੀਂ ਆਪਣੇ ਹੱਥ ਤੇ ਹੱਥ ਰੱਖ ਕੇ ਬੈਠੇ ਹੋ ਕਿ ਅਸਮਾਨ ਤੋਂ ਕੁਝ ਗਿਰੇਗਾ ਤੇ ਸਾਡੇ ਲਈ ਕੁਝ ਹੋ ਜਾਏਗਾ। ਜੇ ਤੁਸੀਂ ਅਜਿਹਾ ਸੋਚ ਰਹੇ ਹੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਜਿਹਾ ਕੁਝ ਨਹੀਂ ਹੋਏਗਾ।
ਹਾਲੇਲੂਇਆ। ਪਰ ਜੇ ਤੁਸੀਂ ਅੱਜ ਤੌਬਾ ਕਰਦੇ ਹੋ, ਤੁਸੀਂ ਯਿਸੂ ਮਸੀਹ ਦੇ ਕੋਲ ਆ ਕੇ ਇਸ ਚੀਜ਼ ਦਾ ਇਕਰਾਰ ਕਰਦੇ ਹੋ, ਯਿਸੂ ਮਸੀਹ ਸਾਨੂੰ ਭਰ ਪਵਿੱਤਰ ਆਤਮਾ ਨਾਲ ਐਕਟੀਵੇਟ ਕਰਦੇ ਅੱਜ ਉਸ ਆਤਮਾ ਨੂੰ, ਤੇ ਸਾਡੀ ਲਾਈਫ ਚੋਂ ਸ਼ੈਤਾਨ ਨਿਕਲ ਜਾਏ। ਜਦੋਂ ਮੂੰਹ ਤੋਂ ਬੋਲਦੇ ਹੋ, ਬਾਈਬਲ ਕਹਿੰਦੀ ਹੈ ਧਾਰਮਿਕਤਾ ਦੇ ਲਈ ਮਨ ਤੋਂ, ਪਰ ਉद्धार ਲਈ, ਸੈਲਵੇਸ਼ਨ ਦੇ ਲਈ, ਛੁਟਕਾਰੇ ਲਈ ਮੂੰਹ ਤੋਂ ਅੰਗੀਕਾਰ ਕਰਨਾ ਪਏਗਾ। ਜਿਵੇਂ ਹੀ ਮੂੰਹ ਤੋਂ ਵਰਡਸ ਬੋਲੋਗੇ, ਤੁਸੀਂ ਚੇਂਜ ਨੂੰ ਦੇਖੋਗੇ ਆਪਣੀ ਲਾਈਫ ਦੇ ਵਿੱਚ। ਹਾਲੇਲੂਇਆ। ਮੈਂ ਜਾਣਦਾ ਇਹ ਵਚਨ ਤੁਹਾਡੀ ਲਾਈਫ 'ਚ ਕੰਮ ਕਰਨਗੇ, ਤੇ ਸਾਲ 'ਚ ਇੱਕ ਵਾਰ ਨਹੀਂ, ਹਰ ਦਿਨ ਤੁਹਾਡੀ ਲਾਈਫ 'ਚ ਪੈਂਟੀਕੋਸਟਲ ਦਿਨ ਹੋਏਗਾ। ਮੈਂ ਤੁਹਾਡੇ ਸਾਰਿਆਂ ਦੇ ਲਈ ਪ੍ਰਾਰਥਨਾ ਕਰਾਂਗਾ, ਤੇ ਜੇ ਤੁਸੀਂ ਆਪਣੀ ਲਾਈਫ ਯਿਸੂ ਮਸੀਹ ਨੂੰ ਦੇਣਾ ਚਾਹੁੰਦੇ ਹੋ, ਤੁਸੀਂ ਆਪਣਾ ਮੁਕਤੀਦਾਤਾ ਨੂੰ ਗ੍ਰਹਿਣ ਕਰਨਾ ਚਾਹੁੰਦੇ ਹੋ, ਤੁਸੀਂ ਉਹਨਾਂ ਟਰਬਲਸ ਤੋਂ ਨਿਕਲਣਾ ਚਾਹੁੰਦੇ ਹੋ ਜੋ ਤੁਹਾਨੂੰ ਇੱਕ ਤੋਂ ਬਾਅਦ ਇੱਕ ਆ ਕੇ ਘੇਰਦੀਆਂ ਨੇ, ਪਵਿੱਤਰ ਆਤਮਾ ਨਾਲ ਭਰਨਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਪਿੱਛੇ ਪ੍ਰਾਰਥਨਾ ਨੂੰ ਦੁਹਰਾਓਗੇ, ਤੇ ਮੈਂ ਇਹ ਫੇਥ ਕਰਦਾ ਪਰਮੇਸ਼ਰ ਤੁਹਾਨੂੰ ਛੂਣਗੇ, ਤੁਹਾਡੀ ਲਾਈਫ ਸੇਮ ਨਹੀਂ ਰਹੇਗੀ। ਆਓ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ, ਅਸੀਂ ਸਾਰੇ ਪ੍ਰਾਰਥਨਾ ਕਰੀਏ। ਸਰਵ ਸ਼ਕਤੀਮਾਨ ਪਰਮੇਸ਼ਰ ਯਿਸੂ ਮਸੀਹ ਨਾਸਰੀ, ਬਾਈਬਲ ਕਹਿੰਦੀ ਹੈ ਜੋ ਕੋਈ ਮੇਰੇ ਸਾਹਮਣੇ ਆਪਣੇ ਗੁਨਾਹਾਂ ਨੂੰ ਮੰਨ ਲਏਗਾ ਤੇ ਛੱਡ ਵੀ ਦੇਗਾ, ਉਹਦੇ ਗੁਨਾਹ ਮਾਫ ਕੀਤੇ ਜਾਣਗੇ। ਮਹਾਨ ਪਰਮੇਸ਼ਰ, ਮੈਂ ਤੇਰੇ ਲੋਕਾਂ ਨੂੰ ਤੇਰੇ ਸਾਹਮਣੇ ਲੈ ਕੇ ਆਨਾ, ਤੁਸੀਂ ਇਸ ਪ੍ਰਾਰਥਨਾ ਨੂੰ ਮੇਰੇ ਪਿੱਛੇ ਦੁਹਰਾ ਸਕਦੇ ਹੋ। ਪਰਮੇਸ਼ਰ ਯਿਸੂ ਮਸੀਹ ਨਾਸਰੀ, ਅਸੀਂ ਆਪਣੇ ਗੁਨਾਹਾਂ ਨੂੰ ਮੰਨਦੇ ਹਾਂ ਤੇ ਉਹਨੂੰ ਛੱਡ ਦੇਣ ਦਾ ਵਾਅਦਾ ਕਰਦੇ ਹਾਂ, ਕਿਉਂਕਿ ਬਾਈਬਲ ਇਸ ਗੱਲ ਨੂੰ ਦੱਸਦੀ ਹੈ ਕਿ ਜੋ ਆਪਣੇ ਗੁਨਾਹਾਂ ਨੂੰ ਮੰਨ ਲਏਗਾ ਤੇ ਛੱਡ ਵੀ ਦੇਗਾ, ਉਹਦੇ ਗੁਨਾਹ ਮਾਫ ਕੀਤੇ ਜਾਣਗੇ। ਮਹਾਨ ਪਰਮੇਸ਼ਰ, ਮੈਂ ਆਪਣੇ ਗੁਨਾਹਾਂ ਨੂੰ ਮੰਨਦੀ ਹਾਂ, ਛੱਡਦਾ ਹਾਂ ਤੇ ਛੱਡਦੀ ਹਾਂ। ਤੁਸੀਂ ਮੇਰੇ ਪਾਪਾਂ ਨੂੰ ਮਾਫ ਕਰੋ, ਮੈਨੂੰ ਨਵਾਂ ਬਣਾ ਦਿਓ। ਅੱਜ ਤੋਂ ਮੇਰੀ ਜ਼ਿੰਦਗੀ ਨਵੀਂ ਜ਼ਿੰਦਗੀ ਦੇ ਵੱਲ ਜਾਵੇ। ਮੈਂ ਆਪਣਾ ਉद्धारकर्ता, ਮੁਕਤੀਦਾਤਾ ਤੁਹਾਨੂੰ ਗ੍ਰਹਿਣ ਕਰਦਾ। ਬਾਈਬਲ ਕਹਿੰਦੀ ਹੈ ਕਿ ਤੁਸੀਂ ਪਾਪ ਨੂੰ ਨਫ਼ਰਤ ਕਰਦੇ ਹੋ, ਪਰ ਪਾਪੀ ਨੂੰ ਤੁਸੀਂ ਚਾਂਸ ਦਿੰਦੇ ਹੋ, ਪਿਆਰ ਕਰਦੇ ਹੋ। ਖੁਦਾਵੰਦ, ਮੇਰੇ ਪਾਪਾਂ ਨੂੰ ਮਾਫ ਕਰੋ, ਮੈਨੂੰ ਆਪਣੇ ਲਹੂ ਨਾਲ ਧੋ ਦਿਓ। ਯਿਸੂ ਮਸੀਹ ਦੇ ਸਾਮਰਥੀ ਨਾਮ 'ਚ ਅਸੀਂ ਮੰਗਦੇ ਹਾਂ, ਆਮੀਨ, ਆਮੀਨ। ਸਰਵ ਸ਼ਕਤੀਮਾਨ ਪਰਮੇਸ਼ਵਰ ਯਿਸੂ ਮਸੀਹ ਨਾਸਰੀ, ਮੈਂ ਤੁਹਾਡਾ ਧੰਨਵਾਦ ਕਰਦਾ ਆਪਣੇ ਦੇਖਣ ਵਾਲੇ ਹਰ ਇੱਕ ਭਰਾ, ਭੈਣ, ਬੱਚੇ, ਬਜ਼ੁਰਗ ਦੇ ਲਈ ਜਿਨ੍ਹਾਂ ਨੇ ਆਪਣੀ ਲਾਈਫ ਤੁਹਾਨੂੰ ਦਿੱਤੀ, ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਕੰਮ ਹੋਣ। ਖੁਦਾਵੰਦ, ਮੈਂ ਪ੍ਰਾਰਥਨਾ ਕਰਦਾ ਅਗਰ ਕੋਈ ਵੀ ਜਨ ਜੋ ਮੈਨੂੰ ਦੇਖ ਰਿਹਾ, ਜੋ ਬਿਮਾਰ ਹੈ, ਕਮਜ਼ੋਰ ਹੈ, ਇਹਨਾਂ ਦੀ ਕੋਈ ਸਟਰਗਲ ਹੈ, ਫਿਜ਼ੀਕਲ, ਫਾਈਨੈਂਸ਼ੀਅਲ, ਸਪਿਰਿਚੁਅਲ, ਯਿਸੂ ਮਸੀਹ ਦੇ ਨਾਮ 'ਚ ਮੈਂ ਹਰ ਸਟਰਗਲ ਨੂੰ ਡਾਂਟਦਾ, ਤੋੜਦਾ ਤੇ ਖਤਮ ਹੋਣ ਲਈ ਹੁਕਮ ਦਿੰਦਾ। ਤੇਰਾ ਦਾਸ ਹੋਣ ਦੇ ਨਾਤੇ ਖੁਦਾਵੰਦ, ਵੱਡੀ ਬਲੈਸਿੰਗ ਇਹਨਾਂ ਦੀ ਲਾਈਫ ਦੇ ਵਿੱਚ ਉਤਰੇ। ਖੁਦਾਵੰਦ, ਉਹ ਪਵਿੱਤਰ ਆਤਮਾ ਐਕਟੀਵੇਟ ਹੋ ਜਾਏ ਤੇ ਤੇਰੇ ਲੋਕ ਛੁੱਟ ਜਾਣ ਹਰ ਬਿਮਾਰੀਆਂ ਤੋਂ, ਹਰ ਸਟਰਗਲਸ ਤੋਂ, ਇਨ ਦਾ ਨੇਮ ਆਫ ਜੀਸਸ ਕ੍ਰਾਈਸਟ ਆਫ ਨਾਸਰਤ। ਖੁਦਾਵੰਦ, ਇੱਕ ਨੂੰ ਛੂਓ, ਬਲੈਸ ਕਰੋ, ਇਹਨਾਂ ਦੀਆਂ ਜ਼ਿੰਦਗੀਆਂ ਨਵੀਆਂ ਜ਼ਿੰਦਗੀਆਂ ਦੇ ਵੱਲ ਜਾਣ। ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ, ਆਮੀਨ, ਆਮੀਨ। ਤੁਸੀਂ ਵੀ ਬੋਲ ਸਕਦੇ ਹੋ ਆਮੀਨ। ਆਮੀਨ ਦਾ ਮਤਲਬ ਜੋ ਕੁਝ ਅਸੀਂ ਮੰਗਿਆ ਪ੍ਰਭੂ ਯਿਸੂ ਮਸੀਹ ਉਹਨੂੰ ਐਜ਼ ਇਟ ਇਜ਼ ਰਿਲੀਜ਼ ਕਰਨ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਤੁਸੀਂ ਇਨ ਪਰਸਨ ਸਾਡੇ ਨਾਲ ਮਿਲ ਕੇ ਪਰਮੇਸ਼ਰ ਦੇ ਘਰ ਦੇ ਵਿੱਚ ਆ ਕੇ ਉਹਦੇ ਨਾਮ ਨੂੰ ਮਹਿਮਾ ਦੇਣਾ ਚਾਹੁੰਦੇ ਹੋ, ਤਾਂ ਅਸੀਂ ਹਰ ਇਤਵਾਰ ਦੁਪਹਿਰੇ 1 ਵਜੇ 660 ਈਸਟ 51st ਵੈਂਕੂਵਰ BC ਦੇ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦਿੰਦੇ ਹਾਂ। ਤੁਸੀਂ ਆ ਸਕਦੇ ਹੋ ਤੇ ਅਸੀਂ ਇਕੱਠੇ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਉੱਚਾ ਚੱਕਾਂਗੇ। ਜੇ ਤੁਸੀਂ ਕੋਈ ਵੀ ਕੁਐਸਚਨ ਰੱਖਦੇ ਹੋ, ਤੁਹਾਡੀ ਕੋਈ ਪ੍ਰੇਅਰ ਰਿਕੁਐਸਟ ਹੈ, ਕੋਈ ਵੀ ਡਾਊਟ ਹੈ, ਤਾਂ ਵੀ ਤੁਸੀਂ ਸਕਰੀਨ ਦੇ ਥੱਲੇ ਦਿੱਤੇ ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ, ਤੇ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਤੁਹਾਡੇ ਹਰ ਪ੍ਰਸ਼ਨ ਦਾ ਉੱਤਰ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਹਾਲੇਲੂਇਆ। ਸੋ ਮੇਰਾ ਵਿਸ਼ਵਾਸ ਹੈ ਇਹਨਾਂ ਵਚਨਾਂ ਦੇ ਨਾਲ ਤੁਸੀਂ ਬਲੈਸਡ ਹੋ। ਯਾਦ ਰੱਖੋ, ਵਿਵਸਥਾ ਮਾਰਦੀ ਹੈ ਪਰ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਸਾਨੂੰ ਜਿਉਂਦਾ ਕਰਦਾ। ਜਿਵੇਂ ਉਹ ਮੁਰਦਿਆਂ ਚੋਂ ਜੀ ਉੱਠਿਆ, ਉਹ ਸਾਡੀ ਮਰਨਹਾਰ ਹਰ ਇੱਕ ਸਿਚੁਏਸ਼ਨ ਨੂੰ ਜਿਉਂਦੀ ਕਰ ਸਕਦਾ। ਹਾਲੇਲੂਇਆ। ਸੋ ਮੇਰਾ ਵਿਸ਼ਵਾਸ ਹੈ ਇਹ ਵਚਨ ਤੁਹਾਡੀ ਲਾਈਫ ਦੇ ਵਿੱਚ ਜੋ ਗਿਰੇ ਨੇ, ਇਹ 100 ਗੁਣਾ ਫਲਾਂ ਨੂੰ ਲੈ ਕੇ ਆਉਣਗੇ ਤੇ ਤੁਸੀਂ ਆਪਣੀ ਹਰ ਇੱਕ ਸਟਰਗਲ ਤੋਂ ਛੁੱਟ ਜਾਓਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਸੋ ਅਸੀਂ ਫੇਰ ਮਿਲਾਂਗੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਅਗਲੇ ਹਫਤੇ। ਤਦ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਪ੍ਰੇਜ਼ ਦਾ ਲਾਰਡ, ਜੈ ਮਸੀਹ ਦੀ। ਗॉड ਬਲੈਸ ਯੂ ਆਲ। ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਯਿਸੂ ਕੋਲ ਆਵੇਂ ਤੇ ਚੰਗਾ ਏ।